बेटे ਆਪਾਂ ਚੈਪਟਰ 1 ਸੈਟਸ ਇਹਦੀ ਰਿਵੀਜ਼ਨ ਕਰਨ ਲੱਗੇ ਆ। ਇਸ ਚੈਪਟਰ ਵਿੱਚ ਕੀ ਕੁਝ ਆਪਾਂ ਪੜਿਆ। ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਆ ਡੈਫੀਨੇਸ਼ਨ। ਇਹਦੀ ਡੈਫੀਨੇਸ਼ਨ ਕੀ ਹੈ, ਸੈਟ ਕਿਹਨੂੰ ਕਿਹਾ ਜਾਂਦਾ ਹੈ। ਤਾਂ ਡੈਫੀਨੇਸ਼ਨ ਦੇ ਅਕੋਰਡਿੰਗਲੀ ਇਟ ਇਜ਼ ਅ ਕਲੈਕਸ਼ਨ of well defined and different objects। ਇਹਦੇ ਚ ਬੇਟਾ ਦੋ ਚੀਜ਼ਾਂ ਆਈਆਂ, ਇੱਕ ਹੈ ਵੈਲ ਡਿਫਾਈਨਡ ਤੇ ਦੂਸਰਾ ਹੈ ਡਿਫਰੈਂਟ। ਵੈਲ ਡਿਫਾਈਨਡ ਦਾ ਮਤਲਬ ਚੰਗੀ ਤਰ੍ਹਾਂ ਪਰਿਭਾਸ਼ਿਤ, ਜਿਹਨੂੰ ਅਸੀਂ ਕੋਈ ਨਾਮ ਦੇ ਸਕੀਏ, ਜਿਹਦੇ ਵਿੱਚ ਕੋਈ ਵੀ ਟਰਮ ਐਂਟਰ ਨਾ ਹੋ ਸਕੇ ਤੇ ਕੋਈ ਵੀ ਟਰਮ ਬਾਹਰ ਨਾ ਨਿਕਲ ਸਕੇ। ਡਿਫਰੈਂਟ ਦਾ ਮਤਲਬ ਹਰ ਜਿਹੜੀ ਆਬਜੈਕਟ ਹੈ, ਹਰ ਉਹਦਾ ਮੈਂਬਰ ਹੈ, ਉਹ ਅਲੱਗ-ਅਲੱਗ ਹੋਣਾ ਚਾਹੀਦਾ ਹੈ, ਸੇਮ ਨਹੀਂ ਹੋਣਾ ਚਾਹੀਦਾ। ਤਾਂ ਡੈਫੀਨੇਸ਼ਨ ਦੇ ਅਕੋਰਡਿੰਗਲੀ ਸੈਟ ਕੀ ਹੈ, ਉਹ ਕਲੈਕਸ਼ਨ ਹੈ ਵੈਲ ਡਿਫਾਈਨਡ ਤੇ ਡਿਫਰੈਂਟ ਆਬਜੈਕਟਸ ਦੀ। ਇਹਦੀ ਨੋਟੇਸ਼ਨ ਕੀ ਹੈ, ਇਹਨੂੰ ਕਿਵੇਂ ਲਿਖਿਆ ਕਿਵੇਂ ਜਾਂਦਾ। ਇਹਨੂੰ ਆਪਾਂ ਕਰਲੀ ਬ੍ਰੈਕਟ ਨਾਲ ਸ਼ੋ ਕਰ ਸਕਦੇ ਹਾਂ, ਇਹਨੂੰ ਆਪਾਂ ਰਾਉਂਡ ਬ੍ਰੈਕਟ ਨਾਲ ਵੀ ਸ਼ੋ ਕਰ ਸਕਦੇ ਹਾਂ, ਔਰ ਇਹਨੂੰ ਕੈਪੀਟਲ ਲੈਟਰਸ ਦੇ ਨਾਲ ਨਾਮ ਦਿੱਤਾ ਜਾਂਦਾ ਹੈ, A ਕੈਪੀਟਲ B ਕੈਪੀਟਲ Z ਨਾਲ। ਜਦੋਂ ਵੀ ਅਸੀਂ ਇਹਨੂੰ ਨਾਮ ਦੇਣਾ ਤਾਂ ਕੈਪੀਟਲ ਲੈਟਰਸ ਦੇ ਨਾਲ ਹੀ ਨਾਮ ਦੇਣਾ, ਔਰ ਇਹਨੂੰ ਕਰਲੀ ਬ੍ਰੈਕਟ ਜਾਂ ਰਾਉਂਡ ਬ੍ਰੈਕਟ ਦੇ ਨਾਲ ਲਿਖਿਆ ਜਾ ਸਕਦਾ। ਮੰਨ ਲਓ ਆਪਾਂ ਇੱਥੇ ਲਿਖ ਲਿਆ 1 3 5 7 9, ਤੇ ਜਿਹੜੇ 1 3 5 7 9 ਹੈ ਇਹ ਇਹਦੇ ਮੈਂਬਰਸ ਹੈ, ਇਹਦੇ ਆਬਜੈਕਟਸ ਹੈ, ਇਹਦੀਆਂ ਟਰਮਸ ਹੈ। ਇਹਦੇ ਵਿੱਚ 5 ਮੈਂਬਰਸ ਐਂਟਰ ਕੀਤੇ ਹੈ 1 3 5 7 9। ਇਹਨੂੰ ਆਪਾਂ ਦੋ ਤਰੀਕਿਆਂ ਨਾਲ ਲਿਖ ਸਕਦੇ ਹਾਂ। ਫਰਸਟ ਹੈ ਰੋਸਟਰ ਮੈਥਡ। ਰੋਸਟਰ ਮੈਥਡ ਕੀ ਹੈ, ਰੋਸਟਰ ਮੈਥਡ ਜਾਂ ਇਹਨੂੰ ਆਪਾਂ ਕੀ ਕਹਿ ਸਕਦੇ ਹਾਂ ਬੇਟਾ, ਰੋਸਟਰ ਮੈਥਡ ਦੀ ਜਗ੍ਹਾ ਤੇ ਇਹਨੂੰ ਆਪਾਂ ਕੀ ਕਹਿ ਸਕਦੇ ਹਾਂ, ਟੇਬੂਲਰ ਮੈਥਡ, ਟੇਬੂਲਰ ਫਾਰਮ। ਜਿਵੇਂ ਆਪਾਂ ਉੱਪਰ ਲਿਖਿਆ, ਇੱਥੇ ਮੈਂ ਲਿਖਦਾ A is equal to 1 3 5 7 9। ਹਰੇਕ ਦੇ ਵਿੱਚ ਕੋਮਾ ਯੂਜ਼ ਕਰੋ ਕਰਲੀ ਬ੍ਰੈਕਟ ਦੇ ਵਿੱਚ, ਔਰ ਜੋ ਇਹਨੂੰ ਨਾਮ ਦੇਣਾ ਹੈ ਉਹ ਕੈਪੀਟਲ ਲੈਟਰ ਦੇ ਵਿੱਚ ਦਿਓ। ਤਾਂ ਇਹ ਹੈ ਸਾਡਾ ਰੋਸਟਰ ਮੈਥਡ ਜਾਂ ਟੇਬੂਲਰ ਫਾਰਮ। ਸੈਕਿੰਡ ਮੈਥਡ ਹੈ ਸਾਡੇ ਕੋਲੇ ਸੈਟ ਬਿਲਡਰ ਫਾਰਮ। ਸੈਟ ਬਿਲਡਰ ਫਾਰਮ ਜਦੋਂ ਅਸੀਂ ਆਪਣੀ ਗੱਲ ਨੂੰ ਸ਼ਬਦਾਂ ਦੇ ਵਿੱਚ ਸ਼ੋ ਕਰੀਏ ਤਾਂ ਉਹਨੂੰ ਕਹਿੰਦੇ ਸੈਟ ਬਿਲਡਰ ਫਾਰਮ। ਮੰਨ ਲਓ ਹੁਣ ਇਸੇ ਚੀਜ਼ ਨੂੰ ਹੀ ਅਸੀਂ ਸ਼ਬਦਾਂ ਦੇ ਵਿੱਚ ਲਿਖਣਾ, ਤਾਂ ਅਸੀਂ 1 3 5 7 9 ਇਹ ਡਿਫਰੈਂਟ ਆਬਜੈਕਟਸ ਹੈ, ਇਹਨਾਂ ਨੂੰ ਇੱਕ ਨਾਮ ਦੇ ਦਿੰਦੇ ਆ x। x1 ਵੀ ਹੋ ਸਕਦਾ ਹੈ, x3 ਵੀ ਹੋ ਸਕਦਾ ਹੈ, 5 ਵੀ 7 ਵੀ ਜਾਂ ਫਿਰ 9 ਵੀ। ਤਾਂ ਇੱਕ ਇਹਦੇ ਲਈ ਕਾਮਨ ਨਾਮ ਰੱਖ ਲਿਆ x। ਆ ਜਿਹੜੇ ਦੋ ਡੋਟਸ ਹੈ ਇਹਨੂੰ ਕਹਿੰਦੇ ਸੱਚ ਦੈਟ, ਮਤਲਬ x ਕਿਹਨੂੰ ਸ਼ੋ ਕਰ ਰਿਹਾ। x is an odd natural number less than 10। ਹੁਣ ਜਦੋਂ ਅਸੀਂ ਇਹਦੇ ਵਿੱਚ ਇੰਨਾ ਲਿਖਿਆ ਕਿ x is an odd natural number, odd ਦਾ ਮਤਲਬ ਟਾਂਕ, ਨੈਚੁਰਲ ਦਾ ਮਤਲਬ ਕੀ ਹੋਇਆ, ਪ੍ਰਾਕਿਰਤਿਕ ਸੰਖਿਆਵਾਂ। ਪ੍ਰਾਕਿਰਤਿਕ ਸੰਖਿਆਵਾਂ ਇੱਕ ਤੋਂ ਸ਼ੁਰੂ ਹੁੰਦੀਆਂ, ਟਾਂਕ ਪ੍ਰਾਕਿਰਤਿਕ ਸੰਖਿਆਵਾਂ 1 3 5। ਲੈਸ ਦੈਨ 10, ਲੈਸ ਦੈਨ 10 ਦਾ ਮਤਲਬ ਹੋ ਗਿਆ ਕਿ 10 ਤੋਂ ਛੋਟੀਆਂ ਲੈਣੀਆਂ। ਤਾਂ ਤੁਸੀਂ ਦੇਖੋ ਇਸ ਦੇ ਵਿੱਚ ਇਹੀ 5 ਟਰਮਸ ਹੀ ਆਉਣਗੀਆਂ, ਕੋਈ ਟਰਮ ਇਹਦੇ ਵਿੱਚੋਂ ਅਸੀਂ ਛੱਡ ਨਹੀਂ ਸਕਦੇ ਤੇ ਇਹਦੇ ਵਿੱਚ ਕੋਈ ਵੀ ਹੋਰ ਐਂਟਰ ਨਹੀਂ ਕਰ ਸਕਦੇ। ਤਾਂ ਇਹ ਕੀ ਹੋਗੀ ਬੇਟੇ, ਕਲੈਕਸ਼ਨ ਹੋਗੀ ਵੈਲ ਡਿਫਾਈਨਡ ਐਂਡ ਡਿਫਰੈਂਟ ਆਬਜੈਕਟਸ ਦੀ। ਹੁਣ ਇਹਦੇ ਮੈਂਬਰਸ ਕਿਹੜੇ ਕਿਹੜੇ ਹੈ, ਮੈਂਬਰਸ, ਐਲੀਮੈਂਟਸ ਜਾਂ ਫਿਰ ਇਹਨੂੰ ਆਬਜੈਕਟਸ ਕਿਹਾ ਜਾਂਦਾ ਹੈ। ਆਬਜੈਕਟਸ ਆਫ ਸੈਟ A ਕਿਹੜੀ ਹੈ ਬੇਟਾ, 1 ਬਿਲੋਂਗਸ ਟੂ A। ਆ ਜਿਹੜੀ ਨਿਸ਼ਾਨੀ ਹੈ ਇਹ ਕੀ ਹੈ, ਬਿਲੋਂਗਸ ਟੂ, ਸੰਬੰਧ ਰੱਖਦਾ ਹੈ
ਉਹਦੇ ਵਿੱਚ ਹੈ 3 belongs to A, ਪਰ ਜੇ ਮੈਂ ਕਹਾਂ ਇਹਦੇ ਵਿੱਚ 11 ਤਾਂ 11 doesn't belong to A, 11 ਇਹਦਾ ਮੈਂਬਰ ਨਹੀਂ ਹੈ ਤਾਂ 11 doesn't belong to A। ਫੋਰ ਐਗਜ਼ਾਮਪਲ ਆਪਣੇ ਕੋਲੇ ਉਹਨੇ ਵਰਡ ਦੇਤਾ ਹੈਪੀ, ਇਹਨੂੰ ਅਸੀਂ ਦੋਨੋਂ ਫਾਰਮਸ ਦੇ ਵਿੱਚ ਲਿਖਦੇ ਹਾਂ। ਜੇ ਅਸੀਂ ਇਹਨੂੰ ਰੋਸਟਰ ਫਾਰਮ 'ਚ ਲਿਖੀਏ ਤਾਂ ਰੋਸਟਰ ਫਾਰਮ ਕੀ ਹੁੰਦੀ ਹੈ ਬੇਟਾ, ਕਰਲੀ ਬ੍ਰੈਕਟ ਡਿਫਰੈਂਟ ਟਰਮਸ, P ਡਬਲ ਟਾਈਮ ਆਇਆ ਪਰ ਅਸੀਂ ਇਹਨੂੰ ਸਿੰਗਲ ਟਾਈਮ ਹੀ ਲਿਖਾਂਗੇ। ਤੇ ਜੇ ਇਹਨੂੰ ਅਸੀਂ ਸੈਟ ਬਿਲਡਰ ਫਾਰਮ 'ਚ ਲਿਖਣਾ ਹੈ ਇਸੇ ਟਰਮ ਨੂੰ ਹੀ, ਸੈਟ ਬਿਲਡਰ ਫਾਰਮ ਸੌਰੀ ਇਸ ਵਰਡ ਨੂੰ, ਤਾਂ ਅਸੀਂ ਇਹਨੂੰ ਕਿਵੇਂ ਲਿਖਾਂਗੇ, x such that x is an alphabet of word happy, ਕਿ x ਕਿਹਨੂੰ ਸ਼ੋ ਕਰਦਾ ਹੈ, ਹੈਪੀ ਦੇ ਵਿੱਚ ਜੋ ਵੀ ਅਲਫਾਬੈਟਸ ਯੂਜ਼ ਕੀਤੇ ਗਏ ਹੈ ਉਹਨਾਂ ਨੂੰ। ਇਹ ਬੇਟੇ ਦੋ ਇਹਦੇ ਮੈਥਡ ਹੈ, ਰੋਸਟਰ ਮੈਥਡ ਤੇ ਸੈਟ ਬਿਲਡਰ ਫਾਰਮ। ਹੁਣ ਇਹਦੇ ਵਿੱਚ ਸੈਟ ਕਿਹਨੂੰ ਕਹਿੰਦੇ ਆ, ਆਪਾਂ ਇਹ ਕਰ ਲਿਆ ਵੀ ਇਹ ਵੈਲ ਡਿਫਾਈਨਡ ਤੇ ਡਿਫਰੈਂਟ ਆਬਜੈਕਟਸ ਹੈ। ਇੱਕ ਐਗਜ਼ਾਮਪਲ ਹੋਰ ਲੈ ਕੇ ਕਰਦੇ ਹਾਂ। ਫੋਰ ਐਗਜ਼ਾਮਪਲ ਸੈਟ ਦੀ ਅਗਰ ਮੈਂ ਪੁੱਛਾਂ ਦ ਕਲੈਕਸ਼ਨ ਆਫ different examples in this chapter, तो देखो ये अपने कोले सेट है, इट इज अ सेट। क्यों सेट है, क्योंकि इस चैप्टर विच लिमिटेड एग्जाम्पल्स हैं, अपने कोले सारियां अलग अलग एग्जाम्पल्स हैं। ਆਪਾਂ ਕਹਿ ਸਕਦੇ ਹਾਂ ਵੀ ਇਹ ਸੈਟ ਵਾਲੇ ਚੈਪਟਰ ਦੀ ਐਗਜ਼ਾਮਪਲ ਹੈ ਇਸ ਕਰਕੇ। ਪਰ ਅਗਰ ਮੈਂ ਇੱਥੇ ਇੱਕ ਵਰਡ ਵੀ ਚੇਂਜ ਕਰਦਾ, ਦੇਖੋ ਕਿਵੇਂ, ਦ ਕਲੈਕਸ਼ਨ ਆਫ ਡਿਫਿਕਲਟ ਐਗਜ਼ਾਮਪਲਸ in this chapter, ਤਾਂ ਇਹ ਸੈੱਟ ਨਹੀਂ ਹੋਊਗਾ। ਕਿਉਂ ਨਹੀਂ ਸੈੱਟ ਹੋਊਗਾ, ਇਟ ਇਜ਼ ਨੋਟ ਏ ਸੈੱਟ। ਇਹ ਸੈੱਟ ਕਿਉਂ ਨਹੀਂ ਹੋਊਗਾ ਬੇਟਾ, ਕਿਉਂਕਿ ਡਿਫਿਕਲਟ ਇਹਦੀ ਕੋਈ ਡੈਫੀਨੇਸ਼ਨ ਨਹੀਂ ਹੈ। ਹੋ ਸਕਦਾ ਹੈ ਇੱਕ ਬੱਚੇ ਨੂੰ ਜੋ ਡਿਫਿਕਲਟ ਲੱਗਦਾ ਦੂਸਰੇ ਨੂੰ ਉਹੀ ਈਜ਼ੀ ਲੱਗਦਾ ਹੋਵੇ, ਤੇ ਦੂਸਰੇ ਨੂੰ ਜੋ ਡਿਫਿਕਲਟ ਲੱਗਦਾ ਉਹ ਪਹਿਲੇ ਨੂੰ ਈਜ਼ੀ ਲੱਗਦਾ ਹੋਵੇ। ਤਾਂ ਇਹਦੇ ਕੋਈ ਨੋਰਮਸ ਨਹੀਂ ਹੈ, ਇਸ ਕਰਕੇ ਅਸੀਂ ਇਹਨੂੰ ਸੈੱਟ ਨਹੀਂ ਮੰਨਦੇ। ਨੈਕਸਟ ਬੇਟਾ ਆਪਣੇ ਕੋਲੇ ਹੈ ਟਾਈਪਸ ਆਫ ਸੈਟਸ। ਅੱਗੇ ਜੋ ਅਸੀਂ ਇਹਦੇ ਵਿੱਚ ਪੜਿਆ ਟਾਈਪਸ ਆਫ ਸੈਟਸ, ਸੈਟਸ ਦੀਆਂ ਕਿਹੜੀਆਂ ਕਿਹੜੀਆਂ ਟਾਈਪਸ ਹੁੰਦੀਆਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਐਮਪਟੀ। ਐਮਪਟੀ ਦਾ ਮਤਲਬ ਹੁੰਦਾ ਖਾਲੀ। ਇਹਦਾ ਹੋਰ ਕੀ ਨਾਮ ਹੈ, ਵਾਇਡ। ਹੋਰ ਕੀ ਨਾਮ ਹੈ, ਇਹਨੂੰ ਨਲ ਸੈਟ। ਤੇ ਇਹਦੀ ਨੋਟੇਸ਼ਨ ਕੀ ਹੈ, ਫਾਈ। ਫਾਈ ਦੇ ਨਾਲ ਇਹਨੂੰ ਲਿਖਿਆ ਜਾਂਦਾ। ਜਿਹਦੇ ਵਿੱਚ ਕੋਈ ਵੀ ਐਲੀਮੈਂਟ ਹੋਵੇ ਨਾ, ਖਾਲੀ ਹੋਵੇ, ਉਹਨੂੰ ਅਸੀਂ ਕਹਿੰਦੇ ਆ ਐਮਪਟੀ ਸੈਟ। ਫੋਰ ਐਗਜ਼ਾਮਪਲ ਜੇ ਆਪਣੇ ਕੋਲੇ ਇਸ ਤਰ੍ਹਾਂ ਦਾ ਕੁਐਸਚਨ ਹੋਵੇ, ਦ ਸੈਟ x such that x square is equal to -1 and x belongs to R। ਕਿਸੇ ਰਕਮ ਦਾ ਸਕੇਅਰ ਹੈ, ਸਕੇਅਰ -1 ਦੇ ਬਰਾਬਰ ਹੋਵੇ। ਸਾਨੂੰ ਪਤਾ ਵੀ ਜੇ ਅਸੀਂ ਨੈਗੇਟਿਵ ਟਰਮ ਦਾ ਸਕੇਅਰ ਕਰ ਦਈਏ ਤਾਂ ਉਹ ਵੀ ਪੋਜ਼ਿਟਿਵ ਬਣ ਜਾਊਗਾ, ਤੇ ਪੋਸੀਬਲ ਹੀ ਨਹੀਂ ਵੀ ਕਿਸੇ ਦਾ ਸਕੇਅਰ -1 ਹੋਵੇ। ਇਟ ਮੀਨਸ ਕਿ ਇਹਦੇ ਵਿੱਚ ਕੋਈ ਵੀ ਐਲੀਮੈਂਟ ਬਿਲੋਂਗ ਨਹੀਂ ਕਰੂਗਾ। ਤਾਂ ਇਹਨੂੰ ਬੇਟਾ ਮੈਂ ਜੇ ਲਿਖਣਾ ਹੋਵੇ ਤਾਂ ਮੈਂ ਇਸ ਤਰ੍ਹਾਂ ਖਾਲੀ ਸੈੱਟ ਪਾਉਂਗੀ, ਜਾਂ ਮੈਂ ਇਸ ਤਰ੍ਹਾਂ ਪਾਉਂਗੀ c = 5। ਪਰ ਜੇ ਮੈਂ ਇਹਨੂੰ ਇਸ ਤਰ੍ਹਾਂ ਪਾਤਾ c ਤੇ ਇੱਥੇ ਸੈੱਟ ਦੇ ਵਿੱਚ ਪਾਤਾ 0, ਤਾਂ ਇਹ ਕੀ ਹੋਇਆ, ਇਟ ਇਜ਼ ਨੋਟ ਅ ਨਲ ਸੈਟ। ਕਿਉਂ, ਕਿਉਂਕਿ ਇਹਦੇ ਵਿੱਚ ਐਲੀਮੈਂਟ ਤੁਸੀਂ ਫਟਾਫਟ ਦੱਸ ਸਕਦੇ ਹੋ ਵੀ ਇਹਦੇ ਵਿੱਚ ਕੀ ਆਇਆ, 0। ਤਾਂ ਇਹਦੇ ਤੋਂ ਹੀ ਅਗਲੀ ਐਗਜ਼ਾਮਪਲ, ਇਹਦੇ ਤੋਂ ਹੀ ਅਗਲੀ ਟਾਈਪ ਚੱਕਦੇ ਹਾਂ ਆਪਾਂ, ਕਿਹੜੀ ਹੈ, ਸਿੰਗਲਟਨ ਸੈਟ। ਸਿੰਗਲਟਨ ਸੈਟ। ਹੁਣ ਜੋ ਮੈਂ ਇਹ ਸੈਟ ਲਿਖਤਾ,
ਇਹ ਕੀ ਹੈ ਸਿੰਗਲਟਨ ਸੈੱਟ, ਮਤਲਬ ਇਹਦੇ ਵਿੱਚ ਇੱਕ ਟਰਮ ਹੀ ਹੈ, ਨਾ ਇੱਕ ਤੋਂ ਘੱਟ ਨਾ ਇੱਕ ਤੋਂ ਵੱਧ। ਨੈਕਸਟ ਜੋ ਟਾਈਪ ਹੈ ਆਪਣੇ ਕੋਲੇ that is finite set। next type finite set ਜਿਹਦੇ ਮੈਂਬਰਸ ਕਾਊਂਟ ਕੀਤੇ ਜਾ ਸਕਦੇ ਹੋਣ। ਜਿਵੇਂ ਆਪਾਂ ਪਹਿਲਾਂ ਐਗਜ਼ਾਮਪਲ ਲੈ ਚੁੱਕੇ 1 3 5 7 9, ਤਾਂ ਇਹਦੇ ਵਿੱਚ ਕਿੰਨੇ ਮੈਂਬਰਸ ਹੈ 5, ਇਹਨੂੰ ਅਸੀਂ ਕਾਊਂਟ ਕਰ ਸਕਦੇ ਹਾਂ। ਜਦੋਂ ਅਸੀਂ ਕਾਊਂਟ ਕਰ ਸਕੀਏ ਤਾਂ ਉਹਨੂੰ ਅਸੀਂ ਕਹਿੰਦੇ ਆ ਫਾਈਨਾਈਟ ਸੈਟ। ਤੇ ਇਹਦੇ ਨਾਲ ਹੀ ਅਗਲੀ ਜਿਹੜੀ ਟਾਈਪ ਹੈ ਉਹ ਹੈ ਇਨਫਾਈਨਾਈਟ ਸੈਟ। objects are not countable, ਜਿਨ੍ਹਾਂ ਨੂੰ ਅਸੀਂ ਗਿਣ ਨਹੀਂ ਸਕਦੇ। ਇੱਥੇ ਮੈਂ ਦੁਬਾਰਾ ਲਿਖ ਦਿੰਨੀ ਆ ਫਾਈਨਾਈਟ ਸੈਟ। ਇੱਥੇ ਆਬਜੈਕਟ ਦੀ ਥਾਂ ਤੇ ਮੈਂ ਯੂਜ਼ ਕਰਨ ਲੱਗੀ ਆ ਮੈਂਬਰਸ, ਤਾਂ ਕਿ ਤੁਹਾਨੂੰ ਯਾਦ ਰਵੇ ਵੀ ਅਸੀਂ ਇਹਨੂੰ ਆਬਜੈਕਟਸ ਵੀ ਕਹਿ ਸਕਦੇ ਆ, ਐਲੀਮੈਂਟਸ ਵੀ ਕਹਿ ਸਕਦੇ ਆ, ਮੈਂਬਰਸ ਵੀ ਕਹਿ ਸਕਦੇ ਆ। ਮੈਂਬਰਸ ਆਰ ਕਾਊਂਟੇਬਲ, ਜਿਹਦੇ ਵਿੱਚ ਗਿਣਤੀ ਪੋਸੀਬਲ ਹੋਵੇ that is finite set, ਜਿਹਦੇ ਵਿੱਚ ਗਿਣਤੀ ਪੋਸੀਬਲ ਨਾ ਹੋਵੇ that is infinite set। for example ਅਗਰ ਮੈਂ ਇਸ ਤਰ੍ਹਾਂ ਲਿਖਦਾ set C x such that x belongs to n and x greater than equal to 5। ਨੈਚੁਰਲ ਨੰਬਰ, n ਦਾ ਮਤਲਬ ਨੈਚੁਰਲ ਨੰਬਰ, ਪ੍ਰਾਕਿਰਤਿਕ ਸੰਖਿਆਵਾਂ। ਪ੍ਰਾਕਿਰਤਿਕ ਸੰਖਿਆਵਾਂ ਨੂੰ ਬਿਲੋਂਗ ਕਰਦਾ ਹੈ x, ਤੇ x ਦਾ ਮੁੱਲ ਕੀ ਹੈ ਗ੍ਰੇਟਰ ਦੈਨ ਇਕੁਅਲ ਟੂ 5, 5 ਤੋਂ ਵੱਡਾ। ਇਸੇ ਚੀਜ਼ ਨੂੰ ਅਗਰ ਆਪਾਂ ਰੋਸਟਰ ਫਾਰਮ 'ਚ ਲਿਖੀਏ, ਇੱਥੇ ਮੈਂ ਦੋ ਸਾਈਨ ਯੂਜ਼ ਕੀਤੇ, ਗ੍ਰੇਟਰ ਦੈਨ ਇਕੁਅਲ ਟੂ। ਇਕੁਅਲ ਟੂ ਦਾ ਮਤਲਬ ਉਹਦੇ ਬਰਾਬਰ 5, ਤੇ ਵੱਡੇ ਦਾ ਮਤਲਬ 5 ਤੋਂ ਵੱਡਾ। 5 6 7 ਇਹ ਸਾਰੀ ਆਪਣੀ ਕਾਊਂਟਿੰਗ ਆ ਗਈ, ਔਰ ਕਾਊਂਟਿੰਗ ਦਾ ਕੋਈ ਐਂਡ ਨਹੀਂ ਹੈ। ਤਾਂ ਇਹਦਾ ਮਤਲਬ ਕੀ ਹੋ ਗਿਆ ਕਿ ਇਹਦੀ ਲਾਸਟ ਟਰਮ ਸਾਨੂੰ ਪਤਾ ਨਹੀਂ, ਸੋ ਇਟ ਇਜ਼ ਐਨ ਇਨਫਾਈਨਾਈਟ ਸੈਟ। ਬੇਟਾ ਆਪਣਾ ਨੰਬਰ ਸਿਸਟਮ ਜੋ ਹੈ, ਨੰਬਰ ਸਿਸਟਮ ਦੇ ਵਿੱਚ ਜਿੰਨੇ ਵੀ ਆਪਣੇ ਕੋਲੇ ਸੈੱਟ ਹੈ ਉਹ ਸਾਰੇ ਇਨਫਾਈਨਾਈਟ ਸੈੱਟ ਹੈ। ਫੋਰ ਐਗਜ਼ਾਮਪਲ ਜੇ ਆਪਾਂ ਪਹਿਲਾਂ ਨੈਚੁਰਲ ਨੰਬਰ ਤੋਂ ਸਟਾਰਟ ਕਰੀਏ, ਨੈਚੁਰਲ ਨੰਬਰਸ। ਨੈਚੁਰਲ ਨੰਬਰਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ 1। ਜੇ ਆਪਾਂ 1 ਲਿਖ ਲਈਏ ਤਾਂ ਇਹ ਕੀ ਹੋ ਗਿਆ ਆਪਣੇ ਕੋਲੇ ਸਿੰਗਲਟਨ ਸੈਟ। ਅੱਗੇ ਜੇ ਆਪਾਂ ਇੱਥੇ ਕਰ ਲਈਏ ਪ੍ਰਾਈਮ ਨੰਬਰਸ, ਪ੍ਰਾਈਮ ਨੰਬਰਸ ਜਿਹੜੇ ਆਪਣੇ ਆਪ ਤੇ ਹੀ ਡਿਵਾਈਡ ਹੋ ਸਕਦੇ ਹੈ, 2 3 5 7 ਐਂਡ ਸੋ। ਤਾਂ ਇਹ ਪ੍ਰਾਈਮ ਨੰਬਰਸ ਕੀ ਹੁੰਦੇ ਆ, ਇਟ ਇਜ਼ ਡਿਵੀਜ਼ੀਬਲ ਬਾਈ 1 ਔਰ ਇਟਸੈਲਫ। ਜਾਂ ਤਾਂ ਇਹ 1 ਤੇ ਡਿਵਾਈਡ ਹੁੰਦੇ ਆ ਜਾਂ ਆਪਣੇ ਆਪ ਤੇ। ਔਰ ਇਹਦੇ ਵਿੱਚ ਇਹ ਨੋਟ ਕਰਨ ਵਾਲੀ ਗੱਲ ਹੈ ਵੀ 2 ਸਿਰਫ ਇਸ ਤਰ੍ਹਾਂ ਦਾ ਨੰਬਰ ਹੈ ਜਿਹੜਾ ਈਵਨ ਵੀ ਹੈ ਤੇ ਪ੍ਰਾਈਮ ਵੀ ਹੈ। ਇਹ ਆਪਾਂ ਛੋਟੀਆਂ ਕਲਾਸਾਂ ਵਿੱਚ ਬਹੁਤ ਵਾਰੀ ਪੜ੍ਹ ਚੁੱਕੇ। ਨੈਕਸਟ ਹੈ ਆਪਣੇ ਕੋਲੇ ਕੰਪੋਜ਼ਿਟਸ ਨੰਬਰਸ। ਕੰਪੋਜ਼ਿਟ ਨੰਬਰ ਮਤਲਬ ਭਾਜ ਸੰਖਿਆਵਾਂ। ਇਹ ਕਿਹੜੀਆਂ ਅਭਾਜ, ਇਹ ਕਿਹੜੀਆਂ ਭਾਜ ਸੰਖਿਆਵਾਂ। ਭਾਜ ਸੰਖਿਆਵਾਂ ਜਿਹੜੀਆਂ 2 ਤੋਂ ਜ਼ਿਆਦਾ ਦੇ ਟੇਬਲ ਤੇ ਡਿਵਾਈਡ ਹੋ ਸਕਦੀ ਹੈ। ਫੋਰ ਐਗਜ਼ਾਮਪਲ ਅਗਰ ਆਪਾਂ ਇਸ ਤਰ੍ਹਾਂ ਲਿਖੀਏ 4 ਹੈ, ਇਹ 1 ਦੇ ਟੇਬਲ ਤੇ ਡਿਵਾਈਡ ਹੁੰਦਾ ਹੈ, 2 ਤੇ ਹੁੰਦਾ ਹੈ, 4 ਤੇ ਹੁੰਦਾ ਹੈ। ਇਸੇ ਤਰ੍ਹਾਂ ਹੀ 8 ਹੈ, 8 1 ਤੇ ਡਿਵਾਈਡ ਹੋ ਰਿਹਾ ਹੈ, 2 ਤੇ ਵੀ ਹੋ ਰਿਹਾ ਹੈ, 4 ਤੇ ਵੀ ਹੋ ਰਿਹਾ ਹੈ, 8 ਤੇ ਵੀ ਹੋ ਰਿਹਾ ਹੈ, ਮਤਲਬ 2 ਤੋਂ ਜ਼ਿਆਦਾ ਟੇਬਲ ਤੇ ਡਿਵਾਈਡ ਹੋ ਰਿਹਾ। ਤਾਂ ਇਹਦੇ ਵਿੱਚ ਜਦੋਂ ਅਸੀਂ 1 ਲਿਖਦੇ ਹਾਂ, 1 ਆਪਾਂ ਸਿੰਗਲਟਨ ਸੈੱਟ ਸ਼ੋ ਕਰਤਾ। ਪ੍ਰਾਈਮ ਨੰਬਰਸ ਕਹਿੰਦੇ ਆ, ਕੰਪੋਜ਼ਿਟ ਨੰਬਰਸ ਕਹਿੰਦੇ ਆ, ਔਡ ਨੰਬਰਸ ਕਹਿੰਦੇ ਆ, ਈਵਨ ਨੰਬਰਸ ਕਹਿੰਦੇ ਆ, ਜਾਂ ਨੈਚੁਰਲ ਨੰਬਰ ਜਿਹਨੂੰ ਅਸੀਂ n ਨਾਲ, ਕੈਪੀਟਲ N ਨਾਲ ਸ਼ੋ ਕਰਦੇ ਹਾਂ। ਇਹਦੇ 'ਚ ਸਾਰਾ ਅਗਰ ਲਿਖ ਲਈਏ ਤਾਂ ਇਹ ਕੀ ਹੈ ਇਨਫਾਈਨਾਈਟ ਸੈੱਟ। ਇਸ ਤੋਂ ਬਾਅਦ ਬੇਟੇ ਆਪਾਂ ਪੜ੍ਹ ਕੇ ਆਏ ਹਾਂ ਹੋਲ ਨੰਬਰ। ਹੋਲ ਨੰਬਰਸ ਪੂਰਨ ਸੰਖਿਆਵਾਂ, ਮਤਲਬ ਇਹਨੂੰ ਅਸੀਂ W ਨਾਲ ਸ਼ੋ ਕਰ ਸਕਦੇ ਹਾਂ ਜਾਂ ਫਿਰ O ਨਾਲ ਸ਼ੋ ਕਰ ਸਕਦੇ ਹਾਂ।
ਤਾਂ ਇਹਦੇ ਵਿੱਚ ਮੈਂਬਰਸ ਕਿਹੜੇ ਆ ਗਏ 0 1 2 3 ਮਤਲਬ ਇਹਦੇ ਵਿੱਚ 0 ਐਂਟਰ ਕਰ ਜਾਂਦੀ ਹੈ ਹੋਲ ਨੰਬਰਸ ਦੇ ਵਿੱਚ। ਤਾਂ ਨੈਚੁਰਲ ਨੰਬਰ ਹੋਲ ਨੰਬਰ ਨਾਲੋਂ ਛੋਟਾ ਹੋ ਗਿਆ। ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਨੈਕਸਟ ਆਪਾਂ ਪੜ੍ਹ ਕੇ ਆਏ ਆ ਇੰਟੀਜ਼ਰ ਸੰਪੂਰਨ ਸੰਖਿਆਵਾਂ। ਇੰਟੀਜ਼ਰਸ ਨੂੰ ਵੀ ਆਪਾਂ ਬੱਚੇ ਡਿਵਾਈਡ ਕਰ ਸਕਦੇ ਆ। ਇਹਨੂੰ ਸਭ ਤੋਂ ਪਹਿਲਾਂ ਲਿਖਾਂਗੇ ਕਿਵੇਂ z ਨਾਲ ਜਾਂ ਫਿਰ i ਦੇ ਨਾਲ ਸ਼ੋ ਕਰ ਸਕਦੇ ਆ। ਤੇ ਜੇ ਆਪਾਂ ਪੂਰੇ ਦਾ ਪੂਰਾ ਸੈੱਟ ਲਿਖਣਾ ਹੋਵੇ ਆਪਾਂ ਲਿਖਦੇ ਆ -3 -2 -1 0 1 2 3। देखो ना तो ये स्टार्टिंग पता है तो ना ही ये एंड पता है, सो इट इज़ एन इनफाइनाइट सैट। इनू आप डिवाइड कर सकते हैं दो पार्ट्स दे विच। किहड़े किहड़े एक आप लै लैंदे Z पॉजिटिव मतलब पॉजिटिव इंटीजर नंबर मतलब ਉਹਦੇ ਵਿੱਚ ਕੀ आ गया 1 2 3 पॉजिटिव इंटीजर्स। ਤੇ दूसरा आप लै लैंदे Z नैगेटिव। ਇਹਦੇ ਵਿੱਚ ਕਿਹੜੇ ਨੰਬਰਸ आ गए -3 -2 -1। ਹੁਣ ਇੱਕ ਗੱਲ ਧਿਆਨ ਦਿਓ, मैं पॉजिटिव लिखा तो वह +1 तो शुरू किया, नैगेटिव लिखा तो वह इधरों शुरू करके आप -1 ते खत्म किया, पर ये 0 नहीं लिखा। तो 0 इज नाइदर पॉजिटिव नॉर नैगेटिव डिजिट। 0 ਨੂੰ ਨਾ ਤਾਂ ਅਸੀਂ ਪਲੱਸ ਕਾਊਂਟ ਕਰਦੇ ਹਾਂ ਤੇ ਨਾ ਹੀ ਅਸੀਂ ਮਾਈਨਸ ਕਾਊਂਟ ਕਰਦੇ ਹਾਂ, ਇਸ ਕਰਕੇ 0 ਇਹਨਾਂ ਦੋਨਾਂ ਸੈਟਸ ਦੇ ਵਿੱਚ ਨਹੀਂ ਆਇਆ। ਅੱਗੇ ਬੱਚੇ ਆਪਾਂ ਪੜ੍ਹ ਕੇ ਆਏ ਹਾਂ ਰੈਸ਼ਨਲ ਨੰਬਰ। ਰੈਸ਼ਨਲ ਨੰਬਰ मतलब प्राकृतिक संख्यावां। रैशनल नंबर्स ਇਹਨੂੰ ਆਪਾਂ ਸ਼ੋ ਕਰਦੇ ਹਾਂ ਰੈਸ਼ਨਲ ਨੰਬਰਸ ਨੂੰ Q ਦੇ ਨਾਲ। किस फॉर्म च हुंदा है P/Q, पर Q बटे वाली रकम अपॉन वाली टर्म यह सिफर नहीं होनी चाहिए, 0 नहीं होनी चाहिए, क्योंकि अगर अपॉन विच 0 आ गया तो यह अनडिफाइंड हो जाऊगा, इनू असी फाइंड आउट नहीं कर सकते। तो सैकेंड ये होर कंडीशन की हुंदी है P एंड Q आर इंटीजर्स। P ते Q की है संपूर्ण संख्यावां। फॉर एग्जाम्पल अगर आप इत्थे एग्जाम्पल देनी होवे भी रैशनल नंबर दसो तो रैशनल नंबर आप कुछ भी लिख सकते हैं, -6 लिख सकते हैं, 0 लिख सकते हैं, 2/3 लिख सकते हैं, 3/5 लिख सकते हैं, 2 लिख सकते हैं, ऐसे तरह अगे देखो मैं इत्थे -6 लिखा ਉਹਦੇ अपॉन 1 लग सकता है, तो यह रैशनल नंबर बन गया। 0/1 लगा दिए रैशनल नंबर 2/3 3/5 ਜਾਂ ਇੱਥੇ 2/1 लगा दिए। तो किसी दे बटे च असी अपॉन दे विच 1 लगा सकते हैं, पर 0 ਨੂੰ अपॉन विच नहीं लै सकते। ये हो गया रैशनल नंबर। अगे है इरैशनल नंबर अपरिमेय संख्यावां। इरैशनल नंबर्स Q ते उपर इत्थे पा दिंदे C। ये नोटेशन है इरैशनल नंबर्स की। जदों असी प्रॉपर रूट फाइंड ना कर सकीए तो उन्होंने कहते हैं इरैशनल नंबर। फॉर एग्जाम्पल √2 √3 √5 E पाई, ये सारे की है इरैशनल नंबर्स। तो लास्ट के उपर आ जाता है अपने कोले रीयल नंबर्स। रीयल नंबर्स नूं असी कैपिटल R नाल शो करते हैं। रीयल नंबर्स दो टर्म्स तो मिल के बनिया, किहड़ियां किहड़ियां रैशनल प्लस इररैशनल। हुण तुसीं ध्यान दो कि रैशनल दे विच अपने कोले सारियां टर्म्स ही आ गईयां। जदों असीं रैशनल नंबर कहने आ, आह आपां रैशनल नंबर पढ़ के आए हैं। रैशनल नंबर अपॉन वालियां टर्म्स हुंदियां, तो यदि आप एग्जाम्पल लिखी सी उहदे विच आपां इंटीजर लिखे, -6 माइनस वालियां टर्म्स आ गईयां, 0 आ गई, अपॉन वालियां टर्म्स आ गईयां, प्लस वालियां टर्म्स आ गईयां, मतलब ये इंटीजर भी आ गए। इंटीजर तो पहला की पढ़िया सी आपां होल नंबर पढ़े सी, होल नंबर तो पहला की पढ़िया सी नैचुरल नंबर पढ़े सी।
ਤਾਂ ਇਹ ਸਾਰੀਆਂ ਟਰਮਸ ਤੇ ਅੰਡਰ ਰੂਟ ਵਾਲੀਆਂ ਟਰਮਸ ਇਹਨਾਂ ਨੂੰ ਮਿਲਾ ਕੇ ਬਣ ਜਾਂਦਾ ਹੈ ਰੀਅਲ ਨੰਬਰਸ। ਹਾਂਜੀ, ਨੈਕਸਟ ਹੈ ਆਪਣੇ ਕੋਲੇ ਇਕੁਅਲ ਸੈਟਸ। ਇਕੁਅਲ ਸੈਟਸ ਬੇਟਾ ਜਿਵੇਂ ਮੈਂ A ਸੈਟ ਲੈ ਲਾਂ 1 2 3, B ਸੈਟ ਲੈ ਲਈਏ ਆਪਾਂ 3 2 1, C ਸੈਟ ਆਪਾਂ ਲੈ ਲੈਂਦੇ ਆ 1 3 2। ਤਾਂ ਦੇਖੋ ਐਲੀਮੈਂਟਸ 1 2 3 ਹੈ ਹਰੇਕ ਦੇ ਵਿੱਚ, ਆਰਡਰ ਇਹਨਾਂ ਦਾ ਚੇਂਜ ਹੋ ਗਿਆ। ਫਸਟ ਸੈਟ ਦੇ ਵਿੱਚ 1 ਫਸਟ ਪਲੇਸ ਦੇ ਸੀ, ਸੈਕਿੰਡ ਸੈਟ ਦੇ ਵਿੱਚ 1 ਥਰਡ ਪਲੇਸ ਤੇ ਹੋ ਗਿਆ, ਪਰ ਐਲੀਮੈਂਟਸ ਸੇਮ ਹੈ। ਤਾਂ ਇਟ ਮੀਨਸ A is equal to B is equal to C, these are equal sets। ਪਰ ਜੇ ਆਪਾਂ ਲਿਖੀਏ equivalent, equivalent set, फॉर एग्जाम्पल A है अपने कोले 1 2 3, B है अपने कोले A B C। तो ऑर्डर ऑफ A मतलब किन्ने मैंबरस हैं, ऑर्डर का मतलब किन्ने मैंबरस है, ये 3। ऑर्डर ऑफ B ये किन्ने मैंबरस है 3। ऑर्डर सेम है पर मैंबरस नहीं मिल रहे। A दे मैंबरस हैं 1 2 3, B दे मैंबरस हैं A B C, मैंबरस सेम है। तो इन्हों असी इक्वल नहीं कह सकते, इन्हों असी कहने इक्विवेलेंट सैट। आह जी नोटेशन है यह है इक्विवेलेंट। जिवें तुसी 10th दे विच सिमिलर दी नोटेशन पाते सी ना, उही नोटेशन इक्विवेलेंट सैट दी है अपने कोल। हुण इस तो नैक्सट आपां पढ़दे हां सबसैट। सबसैट किहड़े हुंदे आ? सबसैट का मतलब की हो गया छोटा सैट, वड्डे सैट दे विचों छोटा सैट फाइंड आउट करना। सबसैट इफ every element of set A is also an element of another set B। देखो किमें, फॉर एग्जाम्पल A सैट आप लै लें A B C, ते B सैट दे एलीमेंट आप लै लें A B C D E। A दे एलीमेंट्स हैं A, वो एलीमेंट B का भी है। सैकेंड है B, वो B नू भी बिलोंग कर रहा है। थर्ड है C, वो B सैट नू भी बिलोंग कर रहा है। पर जे आप B दे एलीमेंट देखिए तो ये D है, वो A नू बिलोंग नहीं करता। E है, वो A नू बिलोंग नहीं करता। मतलब छोटा सैट केड़ा है A ते वड्डा सैट केड़ा है B। तो A की हो गया इहदा उप समूह, सब सैट। पंजाबी च इहनूं असीं उप समूह कह दिंदे आ, इंग्लिश विच असीं इहनूं सब सैट कह दिंदे आ। फॉर एग्जाम्पल +1 क्लास सबसैट है, स्कूल की है वड्डा सैट सुपर सैट। तो +1 क्लास इज सबसैट ऑफ द स्कूल। इनू बेटा लिखना किवें है, A इज सबसैट ऑफ B, बट B जे पूछा होवे कि B सबसैट है कि नहीं, तो B इज नॉट सबसैट ऑफ A। इनू शब्दां च लिखना होवे, वर्ड्स विच लिखना होवे, A is subset of B and B is superset। इस तरह इनू असी शो कर सकते हैं। हुण जो आपां नंबर सिस्टम पढ़ के आए हैं वो देखो, नैचुरल नंबर। फॉर एग्जाम्पल नैचुरल नंबर इज सबसैट ऑफ होल नंबर, क्योंकि ये 0 आ गई सी। होल नंबर इज सबसैट ऑफ इंटीजर्स, क्योंकि ये नैगेटिव टर्म्स आ गई सी। इंटीजर्स इज सबसैट ऑफ रैशनल नंबर्स, क्योंकि ये पहलियां सारिया टर्म्स आ गई। एंड रैशनल नंबर इज सबसैट ऑफ रियल नंबर, क्योंकि रियल नंबर दे विच इरैशनल नंबर अपरिमेय संख्यावां भी आ गई सी।
ਹੁਣ ਬੇਟੇ ਮੈਂ ਸਬਸੈਟ ਲਈ ਇੱਥੇ ਇੱਕ ਲਾਈਨ ਮਾਰੀ ਹੈ ਤੇ ਜਦੋਂ ਮੈਂ ਇੱਥੇ ਸਬਸੈਟ ਦੀ ਗੱਲ ਕੀਤੀ ਇੱਥੇ ਮੈਂ ਲਾਈਨ ਨਹੀਂ ਮਾਰੀ। ਕਿਉਂ? ਕਿਉਂਕਿ ਨੈਚੁਰਲ ਨੰਬਰ ਵਿੱਚ ਜੋ ਟਰਮਸ ਹੈ 1 2 3 4 ਉਹ ਹੋਲ ਨੰਬਰਸ ਦੇ ਵਿੱਚ ਹੈ 0 1 2 3 ਈਚ ਐਂਡ ਐਵਰੀਥਿੰਗ, ਪਰ 0 ਇਹਦੇ ਵਿੱਚ ਜ਼ਿਆਦਾ ਹੈ, ਮਤਲਬ ਇਹਦੇ ਵਿੱਚ ਟਰਮਸ ਜ਼ਿਆਦਾ ਹੈ, ਇਹਦੇ ਵਿੱਚ ਥੋੜੀਆਂ, ਤਾਂ ਇਹਨੂੰ ਅਸੀਂ ਕਹਿੰਦੇ ਆ ਪ੍ਰੋਪਰ ਸੈਟ, ਪ੍ਰੋਪਰ ਸਬਸੈਟ। ਪ੍ਰੋਪਰ ਸਬਸੈਟ ਦੀ ਕੀ ਡੈਫੀਨੇਸ਼ਨ ਹੈ? ਪ੍ਰੋਪਰ ਸਬਸੈਟ ਦੇ ਵਿੱਚ ਪ੍ਰੋਪਰ ਸਬਸੈਟ ਹੈਜ਼ ਲੈਸ ਐਲੀਮੈਂਟਸ, ਸਿੰਪਲ ਟਰਮਸ ਦੇ ਵਿੱਚ ਦੱਸ ਰਹੀ ਹਾਂ ਮੈਂ, ਇਹ ਮੈਥਮੈਟੀਕਲ ਟਰਮਸ ਵਿੱਚ ਨਹੀਂ ਦੱਸ ਰਹੀ। ਪ੍ਰੋਪਰ ਸਬਸੈਟ ਹੈਜ਼ ਲੈਸ ਐਲੀਮੈਂਟਸ ਫਰੋਮ ਸੁਪਰਸੈਟ। ਪ੍ਰੋਪਰ ਸਬਸੈਟ ਦੇ ਵਿੱਚ ਸੁਪਰਸੈਟ ਨਾਲੋਂ ਹਮੇਸ਼ਾ ਘੱਟ ਐਲੀਮੈਂਟ ਹੋਣੇ ਚਾਹੀਦੇ ਹੈ, ਤਾਂ ਅਸੀਂ ਉਹਨੂੰ ਪ੍ਰੋਪਰ ਸਬਸੈਟ ਕਹਿੰਦੇ ਹਾਂ। ਇੰਪ੍ਰੋਪਰ ਸਬਸੈਟ ਕਿਸੇ ਵੀ ਸੈੱਟ ਦੇ ਹਮੇਸ਼ਾ ਦੋ ਇੰਪ੍ਰੋਪਰ ਸਬਸੈਟ ਹੁੰਦੇ ਹੈ। ਕਿਹੜੇ ਕਿਹੜੇ ਹੁੰਦੇ ਹੈ? ਇੱਕ ਤਾਂ ਹੁੰਦਾ ਹੈ ਫਾਈ ਤੇ ਸੈਕਿੰਡ ਹੁੰਦਾ ਹੈ ਇਟਸੈਲਫ। ਫਾਈ ਦੇ ਵਿੱਚ ਕੋਈ ਐਲੀਮੈਂਟ ਨਹੀਂ ਹੁੰਦਾ। ਇਟਸੈਲਫ ਜਦੋਂ ਅਸੀਂ ਲਿਖਦੇ ਹਾਂ ਤਾਂ ਇਹਦਾ ਮਤਲਬ ਉਹ ਸਾਰੀ ਦੀਆਂ ਸਾਰੀਆਂ ਟਰਮਸ ਆ ਗਈਆਂ ਜੋ ਸਾਨੂੰ ਸੈੱਟ ਦੇ ਵਿੱਚ ਦਿੱਤੀਆਂ ਹੋਈਆਂ। ਤਾਂ these are improper subsets, phi and itself। ਨੰਬਰ ਆਫ ਸਬਸੈਟਸ ਕਿਵੇਂ ਫਾਈਂਡ ਆਊਟ ਕਰ ਸਕਦੇ ਹਾਂ? ਨੰਬਰ ਆਫ ਸਬਸੈਟਸ, ਤਾਂ ਇਹਦਾ ਬੇਟਾ ਫਾਰਮੂਲਾ ਹੈ ਆਪਣੇ ਕੋਲੇ, if set has n elements then number of subsets are 2 raised to power n। if set has n elements then number of, if set has n element then number of improper subsets are 2 raised to power n minus 2। ਆ ਵਾਲੇ ਜਿਹੜੇ ਦੋ ਇੰਪ੍ਰੋਪਰ ਸਬਸੈਟ ਹੈ ਉਹ ਅਸੀਂ ਨਹੀਂ ਲਿਖਾਂਗੇ, ਤਾਂ ਉਹ ਦੋ ਗਿਣਤੀ ਘਟ ਜੂਗੀ। ਐਗਜ਼ਾਮਪਲ ਲੈਣੇ, ਐਗਜ਼ਾਮਪਲ ਦੇ ਨਾਲ ਸਮਝਦੇ ਆ ਇਹਨੂੰ। ਫੋਰ ਐਗਜ਼ਾਮਪਲ ਆਪਣੇ ਕੋਲੇ A ਸੈੱਟ ਦੇਤਾ 1 2 3, ਇਹਦੇ ਆਪਾਂ ਸਬਸੈਟਸ ਲਿਖਣੇ ਆ, ਤਾਂ ਨੰਬਰ ਆਫ ਸਬਸੈਟਸ ਆਰ 2 raised to power n, मतलब 2 raised to power किन्ने एलिमेंट सी 3, 2 raised to power 3 किन्ने हो गए है 8। तो इन्हां दी गिनती 8 बननी चाहिए है। किवें देखो, सब तो पहला असी इत्थे लिख के आए हैं भी फाई ते इटसैल्फ हरेक दा अपने आप दा सबसैट हुंदा है, तो फाई लिख लो, फिर सिंगल सिंगल 1 करली ब्रैकेट च लिखना बेटा। करली ब्रैकेट सैट दी नोटेशन है, जे तुसी इस तरह लिखोगे ना 1 1 सबसैट नहीं है किदा ए दा, 1 इज नॉट सबसैट। क्यों? 1 तो मैंबर है, 1 की करदा बिलोंग कर रहा है, पर इहदा सबसैट नहीं। जे करली ब्रैकेट च पाता तो यही उहदा सबसैट हो जाऊगा। फिर असी डबल डिजिट चकदे हां 1 2 1 2 1 3 करली ब्रैकेट, then 2 3 एंड लास्ट डबल हो गए 1 दे नाल 2 1 दे नाल 3 2 दे नाल 3। होर कोई कंबीनेशन नहीं बन सकता। जे असी 2 1 लिखांगे वो तो इक्वल सैट ही हो गया, 1 2 ते 2 1 इको ही गलबात है। तो लास्ट की रह गया 1 2 3। ये आ गए सबसैट्स। देखो गिनती करके देख दिया, 1 2 3 4 5 6 7 8, 8 बनने चाहिए सी, 8 अपने को सबसैट आ गए। एक एग्जाम्पल होर ले लेने,
ਆਪਾਂ C ਸੈੱਟ ਲੈਂਦੇ ਆ। C ਸੈੱਟ ਦੇ ਵਿੱਚ ਮੰਨ ਲਓ ਇੱਥੇ ਮੈਂ ਲੈਣੀ ਆ 3 1 2। ਤਾਂ ਇਹਦਾ ਹੁਣ ਅਗਰ ਆਪਾਂ ਸਬਸੈਟ ਲਿਖਣੇ ਆ ਤਾਂ ਐਲੀਮੈਂਟਸ ਤਾਂ ਉਹੀ 3 ਹੀ ਹੈ ਆਪਣੇ ਕੋਲੇ, ਬਣਨਾ ਕਿੰਨੇ ਚਾਹੀਦੇ ਆ 8 ਬਣਨੇ ਚਾਹੀਦੇ ਆ। ਸ਼ੁਰੂ ਕਰਦੇ ਆ ਸਬਸੈਟਸ। ਕੀ ਆ ਗਿਆ ਬੇਟਾ, ਸਭ ਤੋਂ ਪਹਿਲਾਂ ਸ਼ੁਰੂ ਕਿੱਥੋਂ ਕਰਨਾ ਹੈ 5 ਤੋਂ। ਫਿਰ ਜਿਹੜਾ ਸੈਟ 3 ਹੈ ਉਹ ਮੈਂਬਰ ਹੈ C ਸੈਟ ਦਾ, ਪਰ ਅਸੀਂ ਕੀ ਲਿਖਣਾ ਸਬਸੈਟ। ਆਪਣੇ ਵੱਲੋਂ ਇੱਕ ਕਰਲੀ ਬ੍ਰੈਕਟ ਪਾਣੀ ਹੈ, ਮੈਂਬਰ ਲਿਖ ਲਿਆ ਤੇ ਉਹਦੇ ਕਰਲੀ ਬ੍ਰੈਕਟ ਪਾਤੀ, ਉਹ ਕੀ ਬਣ ਗਿਆ ਸਬਸੈਟ। ਦੇਖੋ 1 ਲਿਖਿਆ ਸੀ, 1 ਮੈਂਬਰ ਸੀ, ਉਹਦੇ ਆਸੇ ਪਾਸੇ ਅਸੀਂ ਕਰਲੀ ਬ੍ਰੈਕਟ ਪਾਤੀ ਤਾਂ ਉਹ ਕੀ ਬਣ ਗਿਆ ਸਬਸੈਟ। ਐਸੇ ਤਰ੍ਹਾਂ ਹੀ ਇਹ ਵਾਲਾ ਆਪਣੇ ਕੋਲੇ ਮੈਂਬਰ ਹੈ ਤਾਂ ਅਸੀਂ ਆਪਣੇ ਕੋਲੋਂ ਇੱਕ ਬ੍ਰੈਕਟ ਪਾਵਾਂਗੇ, ਉਹ ਕੀ ਬਣ ਜਾਊਗਾ ਸਬਸੈਟ। 1 ਮੈਂਬਰ ਹੈ, ਉਹਨੂੰ ਕਰਲੀ ਬ੍ਰੈਕਟ 'ਚ ਬੰਦ ਕਰ ਦੋ ਤਾਂ ਸਬਸੈਟ ਬਣ ਗਿਆ। 2 ਮੈਂਬਰ ਹੈ, ਉਹਨੂੰ ਜੇ ਆਪਾਂ ਕਰਲੀ ਬ੍ਰੈਕਟ 'ਚ ਬੰਦ ਕਰ ਦਈਏ ਤਾਂ ਉਹ ਕੀ ਬਣ ਗਿਆ ਸਬਸੈਟ। ਫਿਰ ਡਬਲ ਲੈਣੇ ਆ, ਇਹ ਮੈਂਬਰ ਹੈ ਸੈਟ 3 ਤੇ 1, ਇਹ ਮੈਂਬਰ ਹੈ, ਇਹਨੂੰ ਕਰਲੀ ਬ੍ਰੈਕਟ ਵਿੱਚ ਬੰਦ ਕਰ ਦੋ। ਅਗੇਨ 1 ਤੇ 2 ਮੈਂਬਰ ਹੈ ਤਾਂ ਇਹਨੂੰ ਅਸੀਂ ਕਰਲੀ ਬ੍ਰੈਕਟ 'ਚ ਬੰਦ ਕਰ ਦਿੰਨੇ ਆ। ਫਿਰ 3 ਸੈਟ 3 ਤੇ 2 ਇਹ ਮੈਂਬਰਸ ਹੈ, ਇਹਨੂੰ ਅਸੀਂ ਕਰਲੀ ਬ੍ਰੈਕਟ 'ਚ ਬੰਦ ਕਰ ਦਈਏ ਤਾਂ ਕੀ ਬਣ ਗਏ ਸਬਸੈਟ। 1 2 3 4 5 6 7 ਤੇ ਲਾਸਟ ਵਾਲਾ ਕੀ ਰਹਿ ਗਿਆ ਇਟਸੈਲਫ। ਇਹਦੇ ਮੈਂਬਰਸ ਕਿਹੜੇ ਸੀ ਬੇਟਾ ਸੈਟ 3 1 2, ਇਹਨੂੰ ਅਸੀਂ ਕਰਲੀ ਬ੍ਰੈਕਟ 'ਚ ਬੰਦ ਕਰਤੇ ਤਾਂ ਇਹ ਆ ਗਏ ਆਪਣੇ ਕੋਲੇ 8 ਇਹਦੇ ਸਬਸੈਟ। ਤਾਂ ਇੱਥੇ ਚਾਹੇ 5 ਲਿਖਿਆ ਹੋਵੇ ਚਾਹੇ ਕੁਝ ਵੀ ਲਿਖਿਆ ਹੋਵੇ, ਉਹਨੂੰ ਅਸੀਂ ਕਰਲੀ ਬ੍ਰੈਕਟ 'ਚ ਬੰਦ ਕਰ ਦਈਏ। ਚਲੋ ਇੱਕ ਐਗਜ਼ਾਮਪਲ ਹੋਰ ਲੈਣੇ ਆ। ਮੰਨ ਲਓ ਆਪਣੇ ਕੋਲੇ ਇੱਥੇ ਉਹਨੇ ਦੇਤਾ 5 ਤੇ 1, ਇਹ ਲੈ ਲੈਣੇ ਆ। ਚਲੋ ਤਾਂ ਇਹਦੇ ਮੈਂਬਰਸ ਨੇ 2, ਆਪਣੇ ਕੋਲੇ ਕਿੰਨੇ ਆਣੇ ਚਾਹੀਦੇ ਆ 2 raised to power 2 4 बनने चाहिए अपने को। तो सब तो पहला स्टार्टिंग 5 तो ही करनी है। फिर उन्हें मैंबर देता 5, ये आसे पासे असी करली ब्रैकेट पानी है। फिर मैंबर देता A तो ये आसे पासे करली ब्रैकेट पा दो। दैन इटसैल्फ अपने कोले 5 ते A, ये अपने कोले की आ गए ये 4 सब